ਆਪਾਂ ਸਿੱਖਦੇ ਸੀਗੇ ਮਿਲਾਪ ਦੇ ਤੰਬੂ ਦੇ ਕਨਾਤ ਦੇ ਹਿੱਸੇ। ਪ੍ਰਭੂ ਯਿਸੂ ਮਸੀਹ ਕਨਾਤ ਬਣਿਆ ਤੇ ਅਸੀਂ ਵੀ ਕਨਾਤ ਬਣਨਾ। ਕਿਸੇ ਦਿਨ ਆਪਾਂ ਸਿੱਖਿਆ ਸੀਗਾ ਜਦੋਂ ਪਿਛਲੇ ਗੁੱਡ ਫਰਾਈਡੇ 'ਤੇ ਅਸੀਂ ਮੀਟਿੰਗ ਕੀਤੀ ਸੀਗੀ ਉੱਪਰ ਹਾਲ ਦੇ ਵਿੱਚ। ਉੱਥੇ ਆਪਾਂ ਸਿੱਖਿਆ ਸੀਗਾ ਕਿ ਪ੍ਰਭੂ ਯਿਸੂ ਮਸੀਹ ਸਾਡੇ ਲਈ ਪਰਦਾ ਬਣਿਆ। ਕੀ ਬਣਿਆ? ਪਰਦਾ ਬਣਿਆ। ਔਰ ਪ੍ਰਭੂ ਯਿਸੂ ਮਸੀਹ ਪਰਦਾ ਬਣਿਆ। ਇਬਰਾਨੀਆਂ 10 ਬਾਬ ਉਹਦੀ 20 21 ਲਿਖਿਆ ਹੋਇਆ। ਉਸ ਤੋਂ ਬਾਅਦ ਅਸੀਂ ਦੱਸਿਆ ਸੀਗਾ ਕਿ ਅਸੀਂ ਵੀ ਪਰਦਾ ਬਣਨਾ। ਪ੍ਰਭੂ ਯਿਸੂ ਮਸੀਹ ਪਰਦਾ ਬਣਿਆ ਤੇ ਅਸੀਂ ਵੀ ਪਰਦਾ ਬਣਿਆ। ਪ੍ਰਭੂ ਯਿਸੂ ਮਸੀਹ ਕਨਾਤ ਬਣਿਆ। ਮਿਲਾਪ ਦਾ ਤੰਬੂ ਪੂਰੇ ਦਾ ਪੂਰਾ ਮਿਲਾਪ ਦਾ ਤੰਬੂ ਪ੍ਰਭੂ ਯਿਸੂ ਮਸੀਹ ਹੈ। ਮਿਲਾਪ ਦਾ ਤੰਬੂ ਕੀ ਆ? ਪੂਰੇ ਦਾ ਪੂਰਾ ਪ੍ਰਭੂ ਯਿਸੂ ਮਸੀਹ ਹੈ। ਸੋ ਅਸੀਂ ਵੀ ਪੂਰੇ ਦਾ ਪੂਰਾ ਜਿਹੜਾ ਮਿਲਾਪ ਦਾ ਤੰਬੂ ਬਣਨਾ ਆ। ਜੇ ਪ੍ਰਭੂ ਯਿਸੂ ਮਸੀਹ ਕਨਾਤ ਬਣਿਆ ਤਾਂ ਅਸੀਂ ਵੀ ਕਨਾਤ ਬਣਨਾ। ਜੇ ਪ੍ਰਭੂ ਯਿਸੂ ਮਸੀਹ ਪਰਦਾ ਬਣਿਆ ਤੇ ਅਸੀਂ ਵੀ ਪਰਦਾ ਬਣਨਾ। ਪੱਤਰਸ ਦੇ ਵਿੱਚ ਲਿਖਿਆ ਬਹੁਤ ਸਾਫ਼ ਤਰੀਕੇ ਨਾਲ, ਜੋ ਪ੍ਰਭੂ ਯਿਸੂ ਮਸੀਹ ਬਣਿਆ ਉਹ ਅਸੀਂ ਵੀ ਬਣਨਾ ਆ। ਫਿਰ ਪਿਛਲੇ ਦਿਨਾਂ ਦੇ ਵਿੱਚ ਪ੍ਰਭੂ ਭੋਜ ਦੀਆਂ ਮੀਟਿੰਗਾਂ ਹੋਈਆਂ, ਉਹਦੇ ਵਿੱਚ ਵੀ ਅਸੀਂ ਸਿੱਖਿਆ ਉੱਥੇ ਪੰਜਾਬ ਦੇ ਵਿੱਚ ਵੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਜੀਵਨ ਦੀ ਰੋਟੀ ਹਾਂ। ਜੇਕਰ ਪ੍ਰਭੂ ਯਿਸੂ ਮਸੀਹ ਰੋਟੀ ਬਣਿਆ ਤਾਂ ਫਿਰ ਅਸੀਂ ਵੀ ਰੋਟੀ ਬਣਨਾ ਹੈ ਨਾ। ਸੋ ਇੱਦਾਂ ਮੈਂ ਬਾਰ-ਬਾਰ ਕਿਉਂ ਕਹਿੰਦਾ, ਕਿਉਂਕਿ ਕਲਾਮ ਵਿੱਚ ਇਸ ਤਰ੍ਹਾਂ ਦੇ ਹਿੱਸੇ ਜਿਹੜੇ ਆ ਸਾਨੂੰ ਮਿਲਦੇ ਆ ਕਿ ਜੋ ਪ੍ਰਭੂ ਯਿਸੂ ਮਸੀਹ ਬਣਿਆ ਉਹ ਅਸੀਂ ਵੀ ਬਣਨਾ ਆ। ਆਮੀਨ, ਹਾਲੇਲੂਇਆ, ਹਾਲੇਲੂਇਆ। ਸੋ ਕਨਾਤ ਦਾ ਅਸੀਂ ਪਹਿਲਾ ਜਿਹੜਾ ਪਹਿਲੂ ਸੀਗਾ ਉਹ ਸਿੱਖਿਆ ਸੀਗਾ ਮੁਕਤੀ ਦਾ ਪ੍ਰਤੀਕ ਆ ਕਨਾਤ। ਉਸ ਤੋਂ ਬਾਅਦ ਅਸੀਂ ਦੂਸਰਾ ਪਹਿਲੂ ਸਿੱਖਿਆ ਸੀਗਾ ਕਿ ਜਿਹੜੀ ਕਨਾਤ ਆ ਉਹ ਪਵਿੱਤਰਤਾ ਦਾ ਪ੍ਰਤੀਕ ਆ। ਕਿਉਂਕਿ ਕਨਾਤ ਦਾ ਕਲਰ ਕੀ ਆ? ਵਾਈਟ ਆ, ਸਫੇਦ ਆ। ਇਸ ਕਰਕੇ ਪਵਿੱਤਰਤਾ ਦਾ ਉਹ ਸਬੂਤ ਹੈ, ਪ੍ਰਤੀਕ ਆ। ਤੇ ਪਵਿੱਤਰਤਾ ਨੂੰ ਅਸੀਂ ਸਿੱਖਦੇ ਸੀਗੇ। ਸੋ ਸਾਡੀ ਪਵਿੱਤਰਤਾ ਜਿਹੜੀ ਆ ਨਾ ਉਹ ਖਰਾਬ ਨਹੀਂ ਹੋਣੀ ਚਾਹੀਦੀ। ਪਵਿੱਤਰਤਾ ਜਿਹੜੀ ਆ ਉਹ ਸਾਡੀ ਖਰਾਬ ਨਹੀਂ ਹੋਣੀ ਚਾਹੀਦੀ। ਪਵਿੱਤਰਤਾ ਨੂੰ ਅਸੀਂ ਕਾਇਮ ਰੱਖਣਾ ਆ। ਸਾਨੂੰ ਪ੍ਰਭੂ ਯਿਸੂ ਮਸੀਹ ਨੇ ਪਵਿੱਤਰ ਕੀਤਾ ਆ। ਪਤਾ ਕਿੱਦਾਂ ਕੀਤਾ ਪਵਿੱਤਰ? ਅਸੀਂ ਸਿੱਖਿਆ ਸੀਗਾ ਕਿੱਦਾਂ ਕੀਤਾ ਭਲਾ ਪ੍ਰਭੂ ਯਿਸੂ ਨੇ ਸਾਨੂੰ ਪਵਿੱਤਰ? ਹਾਂ, ਲਹੂ ਦੇ ਨਾਲ। ਮੇਨ ਗੱਲ ਹੈ ਪ੍ਰਭੂ ਯਿਸੂ ਮਸੀਹ ਨੇ ਆਪਣੇ ਬੇਸ਼ਕੀਮਤ ਲਹੂ ਦੇ ਨਾਲ ਸਾਨੂੰ ਕੀ ਕੀਤਾ ਆ? ਪਾਪ ਤੇ ਪਵਿੱਤਰ ਕੀਤਾ। ਉਹਨੇ ਲਹੂ ਦਾ ਰੰਗ ਲਾਲ ਆ, ਪਰ ਉਹਨੇ ਸਾਨੂੰ ਕਿੱਦਾਂ ਦੇ ਕਰਤਾ? ਸਾਨੂੰ ਉਹਨੇ ਵਾਈਟ ਕਰਤਾ, ਪਵਿੱਤਰ ਕਰ ਦਿੱਤਾ, ਸਾਨੂੰ ਪਿਓਰ ਕਰ ਦਿੱਤਾ ਆ। ਔਰ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਸ਼ੁੱਧ ਕਰ ਦਿੱਤਾ ਆ ਆਪਣੀ ਕਿਰਪਾ ਦੇ ਨਾਲ, ਆਪਣੇ ਲਹੂ ਦੇ ਨਾਲ, ਆਪਣੇ ਦਇਆ ਦੇ ਨਾਲ। ਆਮੀਨ, ਹਾਲੇਲੂਇਆ। ਤੁਸੀਂ ਸਿੱਖਦੇ ਸੀਗੇ ਕਿ ਪ੍ਰਭੂ ਯਿਸੂ ਮਸੀਹ ਸਾਡੀ ਪਵਿੱਤਰਤਾ ਨੂੰ ਕਾਇਮ ਰੱਖਣ ਦਾ ਯਤਨ ਕਰਦੇ ਆ ਕਿ ਸਾਡੀ ਪਵਿੱਤਰਤਾ ਜਿਹੜੀ ਕਾਇਮ ਰਵੇ। ਔਰ ਪ੍ਰਭੂ ਯਿਸੂ ਮਸੀਹ ਵੀ ਪਵਿੱਤਰਤਾ ਦੇ ਵਿੱਚ ਹੀ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਿਹੜੀ ਜਾਨ ਸੀ ਉਹ ਦੇ ਦਿੱਤੀ, ਆਪਣਾ ਆਤਮਾ ਪਿਤਾ ਦੇ ਸੰਗ ਵਿੱਚ ਸੌਂਪ ਦਿੱਤਾ। ਸੋ ਅਸੀਂ ਵੀ ਪਵਿੱਤਰਤਾ ਦੇ ਵਿੱਚ ਜੀਵਨ ਗੁਜ਼ਾਰਦੇ ਅਸੀਂ ਜਿਹੜਾ ਆ ਉਹ ਪ੍ਰਭੂ ਦੇ ਕੋਲ ਚਲੇ ਜਾਣਾ ਆ। ਜਿਸ ਤਰ੍ਹਾਂ ਹਨੋਕ ਪਰਮੇਸ਼ਵਰ ਦੇ ਨਾਲ ਚੱਲਦਾ ਹੀ ਉਠਾ ਲਿਆ ਗਿਆ। ਐਲੀਆ ਪਰਮੇਸ਼ਵਰ ਦੇ ਨਾਲ ਚੱਲਦਾ ਹੀ ਉਠਾ ਲਿਆ ਗਿਆ। ਪ੍ਰਭੂ ਯਿਸੂ ਮਸੀਹ ਆਪਣੇ ਸ਼ਾਗਿਰਦਾਂ ਨੂੰ ਸਿਖਾਉਂਦੇ ਉਠਾ ਲੈ ਗਏ। ਸੋ ਰੱਬ ਦਾ ਧੰਨਵਾਦ ਕਰਨੇ ਆ ਇਹ ਸਾਰੇ ਬੱਚਿਆਂ ਦੇ ਵਾਸਤੇ। ਅਸੀਂ ਸਿੱਖਿਆ ਸੀਗਾ ਕਿ ਪ੍ਰਭੂ ਯਿਸੂ ਮਸੀਹ ਨੇ ਇੱਕ ਗੱਲ ਸਾਨੂੰ ਦੱਸੀ ਸੀਗੀ ਉਹਨਾਂ ਦਿਨਾਂ 'ਚ ਸਿੱਖਦੇ ਸੀਗੇ, 2 ਮਹੀਨਾ ਕੁ ਪਹਿਲਾਂ। ਪ੍ਰਭੂ ਯਿਸੂ ਮਸੀਹ ਨੇ ਕਿਹਾ ਤੁਸੀਂ ਫਰੀਸੀਆਂ ਔਰ ਸਦੂਕੀਆਂ ਦੇ ਖਮੀਰ ਤੋਂ ਕੀ ਹੋਣਾ ਆ? ਸਾਵਧਾਨ ਹੋਣਾ ਆ, ਹੁਸ਼ਿਆਰ ਹੋਣਾ ਆ। ਔਰ ਅਸੀਂ ਬਚ ਕੇ ਰਹਿਣਾ ਆ ਫਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ। ਗਲਾਤੀਆ ਦੇ ਵਿੱਚ ਲਿਖਿਆ ਥੋੜਾ ਜਿਹਾ ਖਮੀਰ ਸਾਰੀ ਤੌਣ ਨੂੰ ਖਮੀਰਿਆਂ ਕਰ ਦਿੰਦਾ। ਥੋੜਾ ਜਿਹਾ ਖਮੀਰ ਸਾਰੀ ਤੌਣ ਨੂੰ ਖਮੀਰਿਆਂ ਕਰ ਦਿੰਦਾ। ਸਾਡੇ ਅੰਦਰ ਵੀ ਥੋੜੀ ਜਿਹੀ ਕਮੀ ਜਿਹੜੀ ਸਾਡੇ ਜਿਹੜੇ ਆ ਪਵਿੱਤਰਤਾ ਵਾਲੇ ਜੀਵਨ ਨੂੰ ਉਹ ਜਿਹੜਾ ਨਾਸ਼ ਕਰ ਸਕਦੀ ਆ। ਸੋ ਇਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਇਹਨਾਂ ਦੇ ਖਮੀਰ ਤੋਂ ਤੁਸੀਂ ਬਚ ਕੇ ਰਹਿਣਾ। ਤੇ ਆਪਾਂ ਇੱਕ ਖੋਜ ਕੀਤੀ ਸੀਗੀ ਕਿ ਉਸ ਸਮੇਂ ਦੇ ਵਿੱਚ ਜਿਹੜੇ ਫਰੀਸੀ ਤੇ ਸਦੂਕੀ ਹੈਗੇ ਸੀਗੇ ਤੇ ਵੈਸੇ ਹੀ ਫਰੀਸੀ ਔਰ ਸਦੂਕੀ ਅੱਜ ਵੀ ਹੈਗੇ ਆ। ਔਰ ਇਹ ਗੱਲ ਮੈਂ ਜਿਹੜੀ ਆ ਉਸ ਜਗ੍ਹਾ ਤੇ ਵੀ ਪੰਜਾਬ ਦੇ ਵਿੱਚ ਵੀ ਦੱਸ ਕੇ ਆਇਆ। ਖੁਦਾ ਦੇ ਸੇਵਕਾਂ ਤੱਕ ਇਹ ਗੱਲਾਂ ਨੂੰ ਪਹੁੰਚਾਇਆ, ਕਿਉਂਕਿ ਕਲੀਸਿਆ ਨੂੰ ਨਹੀਂ ਬਲਕਿ ਖੁਦਾ ਦੇ ਸੇਵਕਾਂ ਨੂੰ ਇਹ ਗੱਲ ਪਹੁੰਚਾਉਣੀ ਜਿਹੜੀ ਬਹੁਤ ਹੀ ਜ਼ਰੂਰੀ ਆ। ਔਰ ਹੋਰ ਮੈਂ ਦੱਸਣਾ ਚਾਹੁੰਦਾ ਆ ਜਿਹੜੇ ਅਸੀਂ ਪਹਿਲਾਂ ਹਿੱਸਾ ਸਿੱਖਿਆ ਨਾ ਕਨਾਤ ਦਾ, ਮੁਕਤੀ। ਆਪ ਪੰਜਾਬੀ ਜਾਣਦੇ? ਪੰਜਾਬੀ ਆ? ਫਿਰ ਠੀਕ ਆ। ਤੁਹਾਡਾ ਨਾਮ ਵੀ ਅੰਗਰੇਜ਼ੀ ਜਿਹਾ ਲੱਗਦਾ ਨਾ, ਹੈ ਨਾ? ਤੇ ਇੱਕ ਤੇ ਬਾਲ ਵੀ ਇੱਦਾਂ ਬਣਾਏ ਮੈਂ ਜਿਆਦਾ ਸਿਰ ਲੱਗਾ ਤਾਂ ਨਾ ਹੋਵੇ। ਠੀਕ ਹੈ, ਓਕੇ। ਅੱਛਾ, ਕੀ ਗੱਲ ਕਰਦੇ ਸੀ ਆਪਾਂ? ਕਲੀਸਿਆ ਨੂੰ ਨਾ ਸਮਝਾਓ ਬਲਕਿ ਕਿਹਨੂੰ ਸਮਝਾਓ? ਸੇਵਕਾਂ ਨੂੰ ਸਮਝਾਓ। ਕਿਉਂਕਿ ਸੇਵਕਾਂ ਨੇ ਗਾਂ ਕਿਹਨੂੰ ਸਿਖਾਉਣਾ ਆ? ਕਲੀਸਿਆ ਨੂੰ ਸਿਖਾਉਣਾ। ਇਸ ਕਰਕੇ ਕਲੀਸਿਆ ਨੂੰ ਨਾ ਦੱਸੋ। ਕਲੀਸਿਆ ਨੂੰ ਤੋੜ ਕੇ ਉਹਦੇ ਬੰਦੇ 4 ਲਿਆਓ, 2 ਬੰਦੇ ਉਹਦੇ ਲਿਆ ਕੇ ਉਹਨੂੰ ਨਾ ਸਿਖਾਓ। ਸੇਵਕ ਨੂੰ ਬੁਲਾਓ, ਸੇਵਕ ਨੂੰ ਬੁਲਾ ਕੇ ਤੇ ਸਿਖਾਓ।
भी सेवक जी आ चीज़ां सिखाओ फरीसियां नूं जिहड़ियां काम आउंदियां है ना। सो असीं की करना सेवकां नूं उत्थे जिहड़ा दस्सण दा मौका मिलिਆ, मैं सिखाउण दा नहीं कह सकदा छोटा उन्हां तों, पर ये दस्सण दा मौका मिलिਆ भी सानूं आ चीज़ां जिहड़ियां करनियां जरूरी आ। सो प्रभु यीशु मसीह ने कहा भी तुसीं फरीसियां ते सदूकियां दे खमीर तो की रहना आ, हुशियार रहना, ते ओह फरीसी ते सदूकी जिहड़े अज भी आ। जिन्हें ਜਿਹੜੇ ਵਪਾਰੀਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਕੁਰੜੇ ਬਣਾ ਕੇ ਹੈਕਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਨਾ, ਤੇ ਉਹ ਵਪਾਰੀ ਅੱਜ ਵੀ ਹੈ। ਤੇ ਜੇ ਉਸ ਸਮੇਂ ਦੇ ਵਪਾਰੀਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਹੈਕਲ ਵਿੱਚੋਂ ਕੱਢ ਦਿੱਤਾ ਕੁਰੜੇ ਮਾਰ ਮਾਰ ਕੇ, ਭਾਵੇਂ ਦੇ ਰੱਸੀ ਦੇ ਬਣਾਇਆ, ਪਰ ਪ੍ਰਭੂ ਯਿਸੂ ਨੇ ਕੱਢ ਦਿੱਤਾ ਬਾਹਰ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਉੱਥੇ ਪ੍ਰਭੂ ਯਿਸੂ ਨੇ ਤੁਸੀਂ ਪਿਤਾ ਦੇ ਘਰ ਨੂੰ, ਪਰਮੇਸ਼ਰ ਦੇ ਘਰ ਨੂੰ ਕੀ ਬਣਾਇਆ? ਹਾਂਜੀ, ਵਪਾਰ ਦਾ ਘਰ। ਮੈਂ ਜ਼ਿਆਦਾ ਨਹੀਂ ਐਕਸਪਲੇਨ ਕਰਨਾ, ਤੁਸੀਂ ਸਿਆਣੇ ਆ ਹੈ ਨਾ। ਅੱਜ ਵੀ ਵਪਾਰੀ ਹੈਗੇ ਆ। ਪਹਿਲਾਂ ਬਾਈਬਲਾਂ ਜਿਹੜੀਆਂ ਫ੍ਰੀ ਲੋਕੀ ਬਣਦੇ ਹੁੰਦੇ ਸੀਗੇ, ਫ੍ਰੀ ਬਾਈਬਲਾਂ ਦਿੰਦੇ ਹੁੰਦੇ ਸੀਗੇ। ਚਲੋ ਅਗਰ ਕਿਸੇ ਸੇਵਕ ਨੂੰ 10-15 ਵੰਡਣੀਆਂ ਵੀ ਪੈ ਜਾਂਦਾ ਕੋਈ ਗੱਲ ਨਹੀਂ ਹੈ ਨਾ, ਕਿਉਂਕਿ ਬਚਨ ਹੈ ਨਾ। ਤੇ ਅੱਜ ਕੱਲ੍ਹ ਕੀ ਹੈ? ਅੱਜ ਕੱਲ੍ਹ ਕੀ ਬਣਾ, ਹਰ ਬਾਈਬਲ ਦਾ ਜਿਹੜਾ ਆ ਉਹਦੀ ਕੀਮਤ ਲਗਾਈ ਜਾਂਦੀ ਹੈ, ਭਾਵਾਂ ਦੀ ਉਹ ਲਿਟਰੇਚਰ ਸੈਂਟਰ ਵਾਲੇ, ਭਾਵਾਂ ਦੀ ਉਹ ਸੇਵਕ ਆ। ਪਰ ਮੈਂ ਚਾਹੁੰਦਾ ਕਿ ਹਰ ਇੱਕ ਸੇਵਕ ਨੂੰ ਘੱਟੋ ਘੱਟ ਇੰਨਾ ਜ਼ਰੂਰ ਕਰਨਾ ਚਾਹੀਦਾ ਵੀ 10-10, 15-15, 20 ਬਾਈਬਲਾਂ ਜਿਹੜੀਆਂ ਨਾ ਉਹ ਫ੍ਰੀ ਵੰਡ ਦੇਣੀਆਂ ਚਾਹੀਦੀਆਂ ਨੇ। ਇੰਨਾ ਕਿ ਕਿਤੇ ਬੰਦਾ ਚਲੋ ਦਸਵੰਧ ਕੱਢ ਕੇ ਥੋੜ੍ਹਾ ਜਿਹਾ ਕਰਕੇ ਕਰ ਦੇਵੇ ਨਾ। ਸੋ ਇੱਦਾਂ ਦਾ ਜਿਹੜਾ ਆ ਉਹ ਜ਼ਰੂਰੀ ਆ, ਤਾਂ ਕਿ ਪਰਮੇਸ਼ਰ ਦਾ ਬਚਨ ਜਿਹੜਾ ਆ ਉਹ ਲੋਕਾਂ ਤੱਕ ਪਹੁੰਚਾਇਆ ਜਾਵੇ, ਕਿਉਂਕਿ ਉਹਨਾਂ ਦੇ ਬਚਨ ਦੀ ਘਾਟ ਆ। ਅੱਜ ਚਰਚਾਂ ਵਿੱਚ ਜਾਂਦੇ ਤਾਂ ਹੈਗੇ ਲੋਕੀ ਹੈ ਨਾ, ਤੇ ਪਰ ਬਾਈਬਲ ਲੈ ਕੇ ਨਹੀਂ ਜਾਂਦੇ, ਬਾਈਬਲ ਲੈ ਕੇ ਨਹੀਂ ਜਾਂਦੇ, ਕਿਉਂਕਿ ਉੱਥੇ ਬਾਈਬਲ ਦਾ ਕੰਮ ਹੀ ਕੀ ਹੈ? ਬਾਈਬਲ ਦਾ ਕੰਮ ਉੱਥੇ ਹੈ ਨਹੀਂਗਾ, ਕਿਉਂਕਿ ਉੱਥੇ ਬਚਨ ਤਾਂ ਸਿਖਾਇਆ ਨਹੀਂ ਜਾਂਦਾ। ਸੋ ਇਸ ਕਰਕੇ ਅਸੀਂ ਬਚਨ ਸਿੱਖਣਾ। ਤੁਸੀਂ ਜਦੋਂ ਵੀ ਕਿਤੇ ਤੁਹਾਨੂੰ ਮੌਕਾ ਮਿਲੇ, ਇੰਡੀਆ ਜਾਂਦਾ, ਪਾਕਿਸਤਾਨ ਜਾਂਦਾ, ਕਿਤੇ ਵੀ ਜਾਂਦਾ ਹੈ ਨਾ, ਤੇ ਜਾ ਕੇ ਇਹੋ ਸਿਖਾਇਆ ਦੱਸਿਆ ਕਰੋ ਭਈ ਵਚਨ ਸਿਖਾਓ। ਸੋ ਮੈਂ ਤੁਹਾਨੂੰ ਵੀ ਇਸ ਕਰਕੇ ਯਾਰ ਕਹਿੰਦਾ ਹੁੰਦਾ ਵੀ ਤੁਸੀਂ ਪੁੱਛਿਆ ਕਰੋ, ਸਾਨੂੰ ਲਿਖ ਕੇ ਮੈਸੇਜ ਪਾ ਲਿਆ ਕਰੋ, ਪਾਸੇ ਆ ਯਾਰ ਸਮਝ ਨਹੀਂ, ਤੁਸੀਂ ਉੱਥੇ ਵਚਨ ਬੋਲ ਦਿੱਤਾ ਸੀਗਾ, ਸਾਨੂੰ ਸਮਝ ਨਹੀਂ, ਥੋੜ੍ਹਾ ਦੁਬਾਰਾ ਸਮਝਾ ਦਿਓ ਹੈ ਨਾ। ਤੇ ਜ਼ਰੂਰ ਅਸੀਂ ਸਮਝਾਵਾਂਗੇ, ਪਰ ਕਾਮਲ ਸਾਨੂੰ ਕਿੰਨੇ ਕਰਨਾ, ਵਚਨ ਨੇ ਸਾਨੂੰ ਕਾਮਲ ਕਰਨਾ ਆ। ਔਰ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਵੱਡਾ ਪ੍ਰਕਾਸ਼ਨ ਪ੍ਰਭੂ ਯਿਸੂ ਮਸੀਹ ਨੇ ਦਿੱਤਾ ਮੈਨੂੰ, ਉਹ ਮੈਂ ਸ਼ੇਅਰ ਵੀ ਕੀਤਾ ਉਸ ਜਗ੍ਹਾ ਦੇ ਉੱਪਰ। ਉਹ ਇਸ ਤਰ੍ਹਾਂ ਸੀਗਾ, ਪ੍ਰਭੂ ਨੇ ਮਨ 'ਚ ਪਾਇਆ ਕਿ ਪ੍ਰਭੂ ਯਿਸੂ ਮਸੀਹ ਜਦੋਂ ਮਰੇ ਨਾ, ਕਿਉਂਕਿ ਗੁੱਡ ਫਰਾਈਡੇ ਦੇ ਦਿਨ ਚੱਲਦੇ ਸੀਗੇ, ਇਸ ਕਰਕੇ ਗੁੱਡ ਫਰਾਈਡੇ ਦੇ ਜਿਹੜੇ ਸੀਗੇ ਵਚਨ ਜਿਹੜੇ ਉਹ ਜ਼ਿਆਦਾ ਉੱਥੇ ਸਿਖਾਏ। ਪ੍ਰਭੂ ਯਿਸੂ ਮਸੀਹ ਜਦੋਂ ਮਰੇ ਨਾ, ਤੇ ਪੂਰੀ ਤਿਆਰੀ ਦੇ ਨਾਲ ਮਰੇ। ਪ੍ਰਭੂ ਯਿਸੂ ਮਸੀਹ ਜਦੋਂ ਮਰੇ ਤੇ ਕਿੱਦਾਂ ਮਰੇ ਆ? ਸ਼ੱਕ ਤਾਂ ਨਹੀਂ ਨਾ ਹੈ ਨਾ, ਪੂਰੀ ਤਿਆਰੀ ਦੇ ਨਾਲ ਮਰੇ ਆ। ਕਿਉਂ ਪੂਰੀ ਤਿਆਰੀ ਨਾਲ ਮਰੇ ਆ? ਤਾਂ ਕਿ ਪੂਰੀ ਤਿਆਰੀ ਦੇ ਨਾਲ ਜੀ ਉੱਠਣ। ਬੋਲੋ ਹਾਲੇਲੂਇਆ। ਇਹ ਤਾਂ ਗੱਲ ਹੋ ਗਈ ਪ੍ਰਭੂ ਯਿਸੂ ਮਸੀਹ ਦੀ ਹੈ ਨਾ। ਤੇ ਜੋ ਪ੍ਰਭੂ ਯਿਸੂ ਮਸੀਹ ਨੇ ਕੀਤਾ ਆ, ਜੋ ਪ੍ਰਭੂ ਯਿਸੂ ਮਸੀਹ, ਉਹ ਹੁਣ ਅਸੀਂ ਵੀ, ਇਹਦਾ ਮਤਲਬ ਅਸੀਂ ਵੀ ਜਦੋਂ ਮਰਨਾ ਨਾ, ਤੇ ਕਿੱਦਾਂ ਮਰਨਾ ਭਲਾ? ਪੂਰੀ ਤਿਆਰੀ ਦੇ ਨਾਲ। ਜੇਕਰ ਪੂਰੀ ਤਿਆਰੀ ਨੂੰ ਨਹੀਂ ਮਰਦੇ ਨਾ, ਤੇ ਫਿਰ ਪੂਰੀ ਤਿਆਰੀ ਨਾਲ ਅਸੀਂ ਉੱਠਣਾ ਵੀ ਨਹੀਂ ਹੈ। ਸਾਡਾ ਟਾਰਗੇਟ ਕੀ ਬਣਾ, ਸਾਡਾ ਏਮ ਕੀ ਆ? ਅਸੀਂ ਜਿਹੜਾ ਆ ਉਹ ਪ੍ਰਭੂ ਦੇ ਘਰ ਦੇ ਵਿੱਚ ਜਾਣਾ, ਸਵਰਗ ਰਾਜ ਵਿੱਚ ਅਸੀਂ ਜਾਣਾ। ਸਾਡਾ ਟਾਰਗੇਟ ਕੀ ਇਹੋ ਨਿਸ਼ਾਨਾ ਕਿ ਸਾਡਾ ਇਹ ਪ੍ਰਭੂ ਦੇ ਘਰ ਦੇ ਵਿੱਚ ਜਾਣਾ, ਸਵਰਗ ਰਾਜ ਵਿੱਚ ਜਾਣਾ। ਕਿਉਂਕਿ ਪ੍ਰਭੂ ਯਿਸੂ ਵੀ ਵਾਅਦਾ ਕਰਕੇ ਗਏ ਨਾ ਵੀ ਜਿੱਥੇ ਮੈਂ ਉੱਥੇ ਤੁਸੀਂ ਵੀ ਹੋਵੋ। ਇਸ ਕਰਕੇ ਧਰਤੀ ਦੇ ਉੱਪਰ ਜ਼ਿਆਦਾ ਜਿਹੜਾ ਸਾਨੂੰ ਨਾ ਧਿਆਨ ਦੇਣ ਦੀ ਲੋੜ ਨਹੀਂ ਆ। ਔਰ ਪ੍ਰਭੂ ਦਾ ਧੰਨਵਾਦ ਕਰਨੇ ਕਿ ਪ੍ਰਭੂ ਨੇ ਜਿਹੜੇ ਵਚਨ ਸਾਨੂੰ ਦਿੱਤੇ ਆ, ਇਹਨਾਂ ਦੇ ਉੱਪਰ ਅਸੀਂ ਗੌਰ ਕਰੀਏ। ਔਰ ਇਹ ਜਿਹੜੇ ਚੀਜ਼ਾਂ ਆ, ਔਰ ਜਦੋਂ ਇੱਥੇ ਬਿਸ਼ਪ ਸਾਹਿਬ ਆਏ ਸੀਗੇ, ਬਿਸ਼ਪ ਦਾਨੀਅਲ ਸਾਹਿਬ ਹੈ ਨਾ, ਅਸੀਂ ਜਾਣਦੇ ਹਾਂ, ਭਾਈ ਜੂਨ ਅਸੀਂ ਜਾਣਦੇ ਉਹਨਾਂ ਨੂੰ, ਤੇ ਰਾਜੀ ਸਾਹਿਬ ਵੀ ਮਿਲੇ, ਹੋਰ ਕੌਣ ਮਿਲਿਆ ਸੀ? ਆਪਾਂ ਸੀ ਨਾ, ਤੇ ਨਹੀਂ ਆਪਾਂ ਸੀਗੇ। ਤੇ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਜਦੋਂ ਆਓਗੇ ਨਾ ਇੰਡੀਆ, ਤੇ ਮੈਂ ਤੁਹਾਡੀ ਮੀਟਿੰਗ ਕਰਾਉਣੀ ਆ ਵਿਸ਼ਵਾਂ ਦੇ ਵਿੱਚ। ਕਹਿੰਦੇ ਉੱਥੇ ਵਿਸ਼ਪ ਹੋਣਗੇ, ਮੈਂ ਜਿੰਨੇ ਵਿਸ਼ਪ ਮੇਰੇ ਕੰਟੈਕਟ ਵਿੱਚ ਜਿੰਨੇ ਆ ਸਕਦੇ ਮੈਂ ਉਸ 'ਤੇ ਬੁਲਾਉਂ ਉਹਨਾਂ ਨੂੰ, ਅਤੇ ਉਹਨਾਂ ਵਿੱਚ ਤੁਸੀਂ ਪ੍ਰਚਾਰ ਕਰਨਾ। ਬੋਲੋ ਹਾਲੇਲੂਇਆ। ਸੋ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਉਹਨਾਂ ਨੇ ਇੰਨਾ ਭਰੋਸਾ ਮੇਰੇ 'ਤੇ ਕੀਤਾ ਕਿ ਜਦੋਂ ਵਿਸ਼ਪ ਸਭ ਲੋਕ ਉੱਥੇ ਆਉਣ, ਅਤੇ ਮੈਂ ਉਹਨਾਂ ਦੇ ਵਿੱਚ ਖੜ੍ਹਾ ਹੋ ਕੇ ਪ੍ਰਚਾਰ ਕਰਾਂ। ਅਤੇ ਹੁਣ ਜਦੋਂ ਮੈਂ ਆਉਣਾ ਸੀ ਨਾ, ਅਤੇ ਇੰਨੇ ਵੱਡੇ ਉਹ ਆਪਣੇ ਪੇਪਰ, ਇੰਨੇ ਬੰਡਲ ਪੇਪਰਾਂ ਨੂੰ ਲੈ ਕੇ ਉਹਨਾਂ ਨੂੰ ਦਿੱਤਾ, ਕਹਿੰਦਾ ਤੁਹਾਡੇ ਕੰਮ ਦੀਆਂ ਗੱਲਾਂ ਹੈ। ਬੋਲੋ ਹਾਲੇਲੂਇਆ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਜਿਹੜਾ ਨਾ, ਇਹਨੂੰ ਥੋੜ੍ਹਾ ਜਿਹਾ ਟੇਸਟ ਹੁੰਦਾ ਹੈ ਕਲਾਮ ਦਾ, ਹਾਂ, ਅਤੇ ਇਹਨੂੰ ਕਲਾਮ ਸਿੱਖਣ ਵਾਸਤੇ ਹੋਰ ਕੁਝ ਦੇ ਦਿਓ।
तो वो फिर उन्होंने बड़े खुश होए, उन्होंने होर भी मीटिंगां मेरियां करवाइयां तो प्रभु ने मौका दिता अपने सेवकों के खड़े होने का कि उन्होंने तक गल असीं पहुँचाई है। सो असीं गल जी पहुँचानी है अपने सेवकों जिते तो असीं बंदगी करते हैं अपने तो सेवकों को ये बंदगी जिहड़ियां गल्लां ना सारियां उन्होंने दसनियां हैं। सो प्रभु का धन्नवाद करने कि परमेश्वर चंगियाई का काम भी करता है, चंगियाई का काम भी करता, आशीष का काम भी करता है, तो वो भी चली जाना चाहिए है। तो नाल नाल जिहड़ा आ असीं सिद्ध होना कामल होना वो भी नाल नाल होना चाहिए है। पर बहुता साडा ध्यान जिहड़ा आ वो साडा आत्मिक जीवन दे वल होना चाहिए है, असीं उत्ते ध्यान देना है। सो ये जिहड़ा साडा आत्मिक जीवन है ना, साडी पवित्रता जिहड़ी आ इनू भंग करन दे वास्ते एक बड़ा वड्डा ग्रुप आ साडे आस पास घूमदा रहिंदा। कौन घूमदा रहिंदा? एक ग्रुप घूमदा रहिंदा आ साडे आस पास। सो असीं उस ग्रुप नूं पहचानना कि ग्रुप दे विच किहड़े लोग आ, किहड़ियां किस्मां दे लोग इहदे विच ग्रुप दे विच छुपे होए आ, ते उन्हां तों असीं सावधान रहना। क्यों सावधान रहना? क्योंकि प्रभु यीशु मसीह ने कहा आ कि क्या फरीसियां ते सदूकियां दे खमीर तो सावधान रहना। फरीसियां दे कोल किहड़ी इदां दी गल सी भला उन्हां नूं सावधान रहण दी प्रभु ने कहा। उन्हां दी सिੱਖਿਆ सही नहीं, उन्हां दी तलीम सही नहीं सी, तां करके प्रभु यीशु मसीह ने कहा। इस करके तो प्रभु यीशु मसीह ने फरीसियां ते सदूकियां दा खंडन किया और उन्हां नूं जिहड़ा आ बहुत बारी प्रभु यीशु मसीह ने उन्हां नूं झूठे भी साबित किया। असीं पिछले दिनों में दसवंध की गल करते थे, किहड़ी गल करते सी? दसवंध बारे प्रभु यीशु मसीह ने कहा ना फरीसियां सदूकियां नूं की कहा सी भला दसवंध दिया करो। प्रभु क्या तुसीं निक्कियां जो चीज़ां ना उन्होंने का दसवंध दिंदे है ना, पर दया ते न्याय नूं तुसीं की होया? दया ते न्याय तीन चीज़ां सीगियां, एक चीज़ होर असीं लिखी गए इन्हां चीज़ां तुसीं भुल गए हैं। पर प्रभु यीशु मसीह ने कहा भी चाहिदा सीगा कि तुसीं दसवंध भी बंद ना करदे ते इन्हां भी ना भुलदे, इन्हां नूं भी पूरा करदे। सो दसवंध नूं भी दई जावो है ना, जीरे का भी दो, सौंफ का भी दो, होर कहता जीरा सौंफ हाँ पुदीना जान के हर चीज़ का दसवंध चाहिए कि नहीं चाहिए? कलाम से लिखा ना प्रभु यीशु ने मना नहीं किया फरीसियां ते सदूकियां नूं, दसवंध तो मना नहीं किया कहना भी दसवंध दो, पर नाल नाल की करना चाहिए? दया नूं ते न्याय नूं ये चीज़ां नूं तुसीं भुलना नहीं, ये भी नाल चीज़ां रखनियां ते इन्हां तों तुसीं जिहड़ा आ परहेज नहीं करना ते ये भी नाल सारियां चीज़ां नाल चली जानियां चाहिदियां। आओ असीं बाइबल विच इक हिस्सा पढ़ांगे तो असीं कलाम सिखांगे। होर सदूकियां दी असीं गल करदे सीगे, सदूकियां ते फरीसियां दी असीं उन्हां दे अंतर वेखिया सीगा कि दोनों विच अंतर आ, दोनों के जिहड़े विचार आ ना मिलदे नहींगे। फरीसियां ते सदूकियां दे दोनों के विचार आपस में मिलते नहीं गे, दोनों जान के अलग अलग धड़े आ, दोवें की आ अलग अलग धड़े आ, फरीसी अलग आ तो सदूकी अलग आ। पर जदों प्रभु यीशु मसीह नूं घेरन की गल आउंदी सी उदों की करदे सीगे दोवें इकट्ठे हो जांदे सीगे भी हुण मौका मिल गया तो हुण प्रभु यीशु मसीह नूं आपां की करना आ, हुण आपां प्रभु यीशु मसीह नूं घेरना आ। और ये काफ़ी रेफरेंस मिलते हैं जो प्रभु यीशु ने उन्होंने घेरने की कोशिश की है ना, असीं पढ़िया सीगा सिक्ख्या सीगा कि चारे अंजीलों के इन्हों का फरीसियां ते सदूकियां का जिक्र आता है, पर असीं कई बार उन्होंने उदा ही निकल जाते उन्होंने उपर गौर नहीं करते, असीं उन्होंने पढ़ के निकल जाते पर उन्होंने उपर गौर नहीं करते। पर प्रभु यीशु मसीह ने उन्होंने जिहड़ा आ फरीसियां ते सदूकियां नूं कहा आ कि भाई तुसीं जिहड़े आ ये काम जिहड़े आ परमेश्वर के खिलाफ आ, तुसीं उन्होंने छड्ड दिओ। इस करके प्रभु यीशु मसीह ने उन्होंने खंडन किया है। किन्हां दा खंडन किया? फरीसियां ते सदूकियां दा खंडन किया भी तुहाडीआं आह जिहड़ियां गल्लां जिहड़ियां सही नहीं है। ते प्रभु यीशु मसीह ने आके सारियां गल्लां जिहड़ियां सीगियां उन्होंने सही कर करके दिखाया। आमीन हालेलुया। आओ असीं एक हिस्सा पढ़ांगे बाइबल दे विचों, मत्ती दी अंजील 22 बाब की 15 ऐत पढ़ांगे। एक हिस्सा असीं पढ़ांगे किवें प्रभु यीशु मसीह के उपर दोष लगाउणा चाहुंदे सी, लभदे सीगे प्रभु यीशु मसीह दे विचों कुछ ना उन्होंने
ਲੱਭ ਜਾਵੇ ਤਾਂ ਜੋ ਦੋਸ਼ ਸਾबित ਕਰਨ ਔਰ ਪ੍ਰਭੂ ਯਿਸੂ ਨੂੰ ਝੂਠਾ ਸਾबित ਕਰਨ। ਮੱਤੀ ਦੀ ਅੰਜੀਲ 22 ਬਾਬ ਉਹਦੀ 15 ਹੈ, 22 ਬਾਬ ਉਹਦੀ 15 ਹੈ। ਜਦੋਂ ਫਰੀਸੀਆਂ ਨੇ ਜਾ ਕੇ ਮਤਾ ਪਕਾਇਆ ਜੋ ਉਹਨੂੰ ਕਿਸ ਤਰ੍ਹਾਂ ਕਰਨਾ ਸਿਖਾਈਏ। ਹਾਂਜੀ। ਅਤੇ ਉਹਨਾਂ ਆਪਣੇ ਚੇਲਿਆਂ ਨੂੰ ਹੈਰੋਦੇਸੀਆਂ ਦੇ ਨਾਲ ਉਸਦੇ ਕੋਲ ਭੇਜਿਆ ਤੇ ਉਸ ਨੂੰ ਆਖਣ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈ ਅਤੇ ਸੱਚਾਈ ਨਾਲ ਪਰਮੇਸ਼ਰ ਦਾ ਰਾਹ ਦੱਸਦਾ ਹੈ ਅਤੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਜੋ ਤੂੰ ਮਨੁੱਖਾਂ ਦਾ ਪੱਖ ਨਹੀਂ ਕਰਦਾ। ਪੜ੍ਹੀਏ ਤੂੰ ਸਾਨੂੰ ਦੱਸ ਕੀ ਸਮਝਣਾ ਹੈ ਜੋ ਕੈਸਰ ਨੂੰ ਜਜ਼ੀਆ ਦੇਣਾ ਜਜ਼ੀਆ ਯੋਗ ਹੈ ਜਾਂ ਨਹੀਂ। ਹਾਂਜੀ। ਪਰ ਯਿਸੂ ਨੇ ਉਹਨਾਂ ਦੀ ਸ਼ਰਾਰਤ ਜਾਣ ਕੇ ਆਖਿਆ। ਉਹ ਕੀ ਕਰਦੇ ਸੀ ਯਿਸੂ ਮਸੀਹ ਦੇ ਨਾਲ? ਸ਼ਰਾਰਤਾਂ ਕਰਦੇ ਸੀਗੇ ਨਾ। ਜਦੋਂ ਪ੍ਰਭੂ ਦੇ ਨਾਲ ਸ਼ਰਾਰਤਾਂ ਕਰਦੇ ਹੋ, ਪ੍ਰਭੂ ਪਰਮੇਸ਼ਰ ਦਾ ਪੁੱਤਰ ਆ ਔਰ ਪ੍ਰਭੂ ਬਣ ਕੇ ਮੁਕਤੀਦਾਤਾ ਬਣ ਕੇ ਧਰਤੀ ਤੇ ਆਏ ਤੇ ਪਰ ਲੋਕੀ ਉਹਨਾਂ ਨਾਲ ਕੀ ਕਰਦੇ ਆ? ਸ਼ਰਾਰਤਾਂ ਕਰਦੇ ਆ ਨਾ ਪ੍ਰਭੂ ਯਿਸੂ ਮਸੀਹ ਦੇ ਨਾਲ। ਤੇ ਜਿਹੜੇ ਫਰੀਸੀ ਤੇ ਸਦੂਕੀ ਆ ਨਾ ਅੱਜ ਦੇ ਵੀ, ਉਹ ਵੀ ਕੀ ਕਰਦੇ ਆ? ਅਸੀਂ ਕੀ ਕਰਨਾ? ਉਹਨਾਂ ਸ਼ਰਾਰਤਾਂ ਤੋਂ ਸਾਵਧਾਨ ਰਹਿਣਾ। ਸ਼ਰਾਰਤਾਂ ਬਹੁਤ ਕਰਦੇ ਉਹ, ਪਰ ਅਸੀਂ ਉਹਨਾਂ ਸ਼ਰਾਰਤਾਂ ਤੋਂ ਕੀ ਹੋਣਾ ਆ? ਸਾਵਧਾਨ ਰਹਿਣਾ। ਅੱਜ ਵੀ ਸ਼ਰਾਰਤਾਂ ਹੁੰਦੀਆਂ ਆ। ਜਿਹੜੇ ਪ੍ਰਭੂ ਤੇ ਵਿਸ਼ਵਾਸ ਕਰਦੇ ਆ, ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਜਿਨ੍ਹਾਂ ਨੇ ਮੰਨਿਆ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਆ, ਉਹਨਾਂ ਦੇ ਨਾਲ ਅੱਜ ਵੀ ਸ਼ਰਾਰਤਾਂ ਹੋ ਰਹੀਆਂ। ਪਰ ਸ਼ਰਾਰਤਾਂ ਕਰਦੇ ਸੀਗੇ, ਪਰ ਆਪਣੀ ਸ਼ਰਾਰਤ ਦੇ ਵਿੱਚ ਕਾਮਯਾਬ ਨਹੀਂ ਸੀ ਹੁੰਦੇ। ਪੜਾਂਗੇ ਅੱਗੇ। ਹਾਂਜੀ। ਆ ਵੇਖ ਲਓ ਪ੍ਰਭੂ ਯਿਸੂ ਨੇ ਕੀ ਕਿਹਾ ਉਹਨਾਂ ਨੂੰ ਭਲਾ? ਅੱਛਾ, ਸਾਹਮਣੇ ਕਿਹਾ ਕਿ ਬਾਅਦ ਦੇ ਵਿੱਚ? ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਉਹਨਾਂ ਨੇ ਕਪਟੀ ਕਿਹਾ ਆ, ਕਿਉਂਕਿ ਉਹਨਾਂ ਦਾ ਕਪਟ ਜਿਹੜਾ ਸੀ ਨਾ ਸਾਰਿਆਂ ਦੇ ਸਾਹਮਣੇ ਆਉਂਦਾ ਸੀਗਾ। ਸਾਰਿਆਂ ਸਾਹਮਣੇ ਝੂਠ ਬੋਲਦੇ ਸੀ, ਕੁਫਰ ਬੋਲਦੇ ਸੀਗੇ ਔਰ ਪ੍ਰਭੂ ਯਿਸੂ ਨੇ ਉਹਨਾਂ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਕੀ ਕਹਿਤਾ? ਕਪਟੀ। ਤੇ ਅੱਜ ਜੇਕਰ ਕਿਸੇ ਦੇ ਸਾਹਮਣੇ ਗੱਲ ਕਹਿ ਦਿਓ, ਕਹਿੰਦੇ ਲੋ ਪਾਸਟਰ ਸਾਹਿਬ ਨੇ ਸਾਰਿਆਂ ਦੇ ਸਾਹਮਣੇ ਕਹਿ ਦਿੱਤਾ, ਹੈ ਨਾ। ਇੱਦਾਂ ਨਹੀਂ ਸੀ ਕਹਿਣਾ ਚਾਹੀਦਾ, ਇਕੱਲਿਆਂ ਕਰਕੇ ਸਮਝਾਉਣਾ ਚਾਹੀਦਾ ਸੀਗਾ। ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ? ਸਾਰਿਆਂ ਦੇ ਸਾਹਮਣੇ ਕਿਹਾ, ਕਪਟੀਓ। ਉਸ ਤੋਂ ਅੱਗੇ ਪੜਾਂਗੇ। ਹਾਂਜੀ। ਹਾਂ, ਪ੍ਰਭੂ ਨੇ ਕਿਹਾ ਉਹ ਸਿੱਕਾ ਮੈਨੂੰ ਦਿਖਾ ਦਿਓ, ਜੱਜੀ ਵਾਲਾ, ਕਰ ਵਾਲਾ। ਅਠਿਆਨੀ ਲੈ ਕੇ ਆਏ। ਹਾਂਜੀ। 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 ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ਰ ਦੀਆਂ ਹਨ ਉਹ ਪਰਮੇਸ਼ਰ ਨੂੰ ਦਿਓ। ਹਾਂਜੀ। ਉਹਨਾਂ ਨੇ ਇਹ ਸੁਣ ਕੇ ਅਸਰਤ ਮੰਨਿਆ ਔਰ ਉਸ ਨੂੰ ਛੱਡ ਕੇ ਚਲੇ ਗਏ। ਆਮੀਨ, ਹਾਲੇਲੂਇਆ। ਇਸ ਵੀ ਹਿੱਸੇ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਚਾਹੁੰਦੇ ਸੀਗੇ ਕਿਸੇ ਤਰ੍ਹਾਂ ਅਸੀਂ ਫਸਾ ਲਈਏ। ਆਪਣੀਆਂ ਸ਼ਰਾਰਤਾਂ ਦੇ ਨਾਲ ਜਿਹੜਾ ਸੀ ਪ੍ਰਭੂ ਯਿਸੂ ਮਸੀਹ ਨੂੰ ਫਸਾਉਣਾ ਚਾਹੁੰਦੇ ਸੀ ਗੱਲਾਂ ਦੇ ਵਿੱਚ ਵੀ, ਤਾਂ ਕਿ ਝੂਠਾ ਸਾਬਿਤ ਕਰ ਦਈਏ ਕਿ ਇਹ ਪ੍ਰਭੂ ਨਹੀਂ ਆ, ਇਹ ਯਹੂਦੀਆਂ ਦਾ ਪਾਤਸ਼ਾਹ ਨਹੀਂ ਹੋ ਸਕਦਾ ਔਰ ਇਹ ਪਰਮੇਸ਼ਰ ਦਾ ਪੁੱਤਰ ਨਹੀਂ ਹੋ ਸਕਦਾ ਔਰ ਇਹ ਮੁਕਤੀਦਾਤਾ ਨਹੀਂ ਹੋ ਸਕਦਾ, ਇਹ ਸ਼ਾਫੀ ਨਹੀਂ ਹੋ ਸਕਦਾ, ਇਹ ਚੰਗਾ ਕਰਨ ਵਾਲਾ ਨਹੀਂ ਹੋ ਸਕਦਾ। ਉਹ ਬੜੀਆਂ ਸ਼ਰਾਰਤਾਂ ਕਰ ਕਰਕੇ ਸਾਬਿਤ ਕਰਨਾ ਚਾਹੁੰਦੇ ਸੀਗੇ ਕਿ ਦੁਨੀਆ ਪ੍ਰਭੂ ਯਿਸੂ ਮਸੀਹ ਦੇ ਮਗਰ ਲੱਗੀ ਆ। ਪ੍ਰਭੂ ਯਿਸੂ ਮਸੀਹ ਦੇ ਮਗਰ ਨਾ ਲੱਗੋ, ਕਿਉਂਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਨਹੀਂ ਆ, ਇਹ ਮਸੀਹਾ ਨਹੀਂ ਆ, ਇਹ ਤਾਰਨਹਾਰ ਨਹੀਂ ਆ। ਪਰ ਉਸ ਵੇਲੇ ਕਈਆਂ ਨੂੰ ਪਹਿਚਾਣ ਵੀ ਆ ਗਈ, ਕਈਆਂ ਨੇ ਪਹਿਚਾਣ ਵੀ ਲਿਆ। ਬਹੁਤੇ ਤਾਂ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਸੀਗੇ, ਪਰ ਪਹਿਚਾਣਨ ਵਾਲੇ ਕਿੰਨੇ ਸੀਗੇ? ਹਾਂਜੀ, ਥੋੜੇ ਸੀ ਨਾ। ਸਭ ਤੋਂ ਪਹਿਲਾਂ ਤਾਂ 12 ਚੇਲਿਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਪਹਿਚਾਣ ਲਿਆ। ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੀ ਗੱਲ ਮੰਨ ਲਈ। ਹਾਲਾਂਕਿ ਸਾਰੇ ਕੰਮ ਧੰਦੇ ਵਾਲੇ ਲੋਕ ਸੀਗੇ, ਹੋ ਸਕਦਾ ਉਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਚੱਲਦਾ, ਦੇਖਦੇ ਪੜ੍ਹਦੇ ਆ ਨਾ, ਤੇ ਬੜੀ ਮੁਸ਼ਕਲ ਵਿੱਚ ਸੀਗੇ। ਪਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਕਿਹਾ ਕਿ ਆ ਜਾਓ ਮੇਰੇ ਮਗਰ ਆਓ, ਮੈਂ ਤੁਹਾਨੂੰ ਪਤਰਸ ਨੂੰ ਕੀ ਕਿਹਾ ਭਲਾ ਜੋ ਬੱਚੀਆਂ ਫੜਦੇ ਸੀਗੇ, ਹੈ ਨਾ, ਮੈਂ ਤੁਹਾਨੂੰ ਕਿਹਦੇ ਸ਼ਿਕਾਰੀ ਬਣਾਵਾਂਗਾ? ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਜਾਣੀ ਕਿ ਤੁਸੀਂ ਮੱਛੀਆਂ ਛੱਡ ਦਿਓ ਤੇ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ ਔਰ ਤੁਸੀਂ ਮਨੁੱਖਾਂ ਦੇ ਸ਼ਿਕਾਰੀ ਹੋਣ ਦਾ ਕੀ ਮਤਲਬ ਭਲਾ? ਗੱਲ ਰੁਕ ਗਈ ਥੋੜੀ ਨਾ। ਸ਼ਿਕਾਰੀ ਹੋਣ ਦਾ ਕੀ ਮਤਲਬ ਹੈ? ਕਲੀਅਰ ਕਰਕੇ ਜਾਂਦੇ। ਹਾਂਜੀ। ਹਾਂ, ਮਨੁੱਖਾਂ ਨੂੰ ਕੀ ਕਰੋਗੇ ਤੁਸੀਂ? ਉਹਨਾਂ ਦਾ ਸ਼ਿਕਾਰ ਕਰੋਗੇ। ਕਹਿੰਦਾ ਮਤਲਬ ਉਹਨਾਂ ਦੇ ਦਿਲਾਂ ਨੂੰ ਤੁਸੀਂ ਜਿੱਤ ਲਵੋਗੇ, ਹੈ ਨਾ। ਤੇ ਕਰਨਾ ਤੁਸੀਂ ਸ਼ਿਕਾਰ ਆ, ਤੇ ਪਰ ਮਨੁੱਖਾਂ ਨੇ ਕੀ ਕਰਨਾ? ਹਾਥੀ ਜੋੜਦੇ ਨੇ। ਠੀਕ ਹੈ ਜੀ, ਅਸੀਂ ਮੰਨਦੇ ਹਾਂ ਪ੍ਰਭੂ ਯਿਸੂ ਮਸੀਹ ਲਿਖਿਆ ਅਸਮਾਨ ਦੇ ਹੇਠਾਂ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਮ ਨਹੀਂ ਹੈ। ਤੇ ਪ੍ਰਭੂ ਨੇ ਯਿਸੂ ਮਸੀਹ ਨੇ ਕਿਹਾ ਵੀ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਤੁਸੀਂ ਮਨੁੱਖਾਂ ਨੂੰ ਜਿਹੜਾ ਆ ਉਹਨਾਂ ਨੂੰ ਜਿੱਤੋਗੇ, ਉਹਨਾਂ ਦੇ ਹਿਰਦਿਆਂ ਨੂੰ ਜਿੱਤੋਗੇ ਔਰ ਉਹਨਾਂ ਨੂੰ ਤੁਸੀਂ ਜਿਹੜਾ ਆ ਸਵਰਗ ਰਾਜ ਦੇ ਅਧਿਕਾਰੀ ਬਣਾ ਦੇਵੋਗੇ। ਜਿਵੇਂ ਯਾਕੂਬ ਦੇ ਬਾਰੇ ਲਿਖਿਆ ਆ, ਪਰਮੇਸ਼ਰ ਨੇ ਕਿਹਾ ਅੱਜ ਤੋਂ ਬਾਅਦ ਤੇਰਾ ਨਾਮ ਜਿਹੜਾ ਯਾਕੂਬ ਨਹੀਂ ਹੋਵੇਗਾ, ਤੇਰਾ ਨਾਮ ਕੀ ਹੋਵੇਗਾ?
ਕਾਹਤੋਂ ਭਲਾ? ਹਾਂਜੀ ਕਾਹਤੋਂ ਭਲਾ है ना? क्यों जान के इतना होगा? परमेश्वर ने कहा भी आज तो बाद तेरा नाम याकूब नहीं होगा, की होगा? इसराइल होगा। क्यों भला? क्योंकि तू परमेश्वर नूं भी जित लिया ते मनुखा नूं भी जित लिया। घोल करदा सी ना दूध दे नाल, ते परमेश्वर ने कहा आज तो बाद तेरा नाम इसराइल होगा, याकूब नहीं होगा। मैं तेरा नाम अज बदल दिता है, क्योंकि तू परमेश्वर नूं भी जित लिया ते मनुखा नूं भी जित लिया। सो इस तरह प्रभु यीशु कहते तुसीं मनुखा नूं जितण वाले होवोगे, मनुखा दे शिकारी बनावांगा मैं तुहानूं मैं, और तुसीं शिकार करके उन्हां नूं वचन सुना के उन्हां नूं वचन सुना कित्थे लैके आउणा? तौबा तक लैके आउणा परमेश्वर दे घर विच, तां कि तौबा करन, वचन सुनाओ, तौबा करन ते स्वर्ग राज अधिकारी हो जाण। सो फरीसी हमेशा ही गलतियां लभदे हुंदे सीगे और नुक्स लभदे हुंदे प्रभु यीशु मसीह दे विच, पर उन्हां नूं कोई नुक्स लभदा नहीं सीगा। प्रभु यीशु मसीह ने फरीसियां ते सदूकियां तो हुशियार रहण वास्ते कहा सीगा। क्यों? क्योंकि उन्होंने सिक्ख्या की सीगा? सिक्ख्या उन्हां दी गलत सीगी ते उन्हां दे विच लालच भी पाया जांदा सीगा, लालच भी सीगा। जान के वो चाहुंदे सीगे कि सारा कुछ साडे कोल ही आउंदा रहे। कि जिहड़ी गलत सिक्ख्या ना, गलत सिक्ख्या वो लालच विच फसा दिंदी सी, और लालच सीगा फरीसियां सदूकियां दे कोल। ते लालच जिहड़ा लालची है ना, बाइबल दे विच लिखिया जिहड़ा लालची है ना वो सेम मूर्ति पूजक है। जिहड़ा लालची है वो क्या? सेम वो मूर्ति पूजक है। जिन्हें मूर्ति पूजा नहीं की, लालच कर लिया, तो समझो उन्हें दोवें काम कर, मूर्ति पूजा भी कर ली तो लालच भी कर लिया। सो मूर्ति पूजा नहीं की, लालच कर लिया, ਉਹਦਾ भी दंड उन्ना ही आ, ਉਹਦੀ भी सज़ा उन्नी ही आ। ये कलाम ਦੇ ਵਿੱਚ ਸਾਰੀਆਂ ਗੱਲਾਂ लिखियां गई। सो ये सिक्ख्या जी सिक्ख्या तो असीं बचना आ, गलत सिक्ख्या तो बचना, क्योंकि गलत सिक्ख्या सानू की करेगी? सानू खराब कर देना। गलत सिक्ख्या ने साडी आत्मिक जिंदगी जिहड़ी आ उहनूं तहस नहस कर देना। बाइबल में बड़े हिस्से आ इस चीज़ नूं सीखण दे वास्ते कि जिन्नियां ने गलत सिक्ख्या नूं धारण कीता उन्हां दा नाश होया। उन्हां कल्लियां दा नाश नहीं होया, उन्हां दे नाल जिहड़ा उन्हां दा वंश सी ना उहदा भी नाश होया, और कईयां दा घराणियां दा भी नाश होया। और एक बड़ी वड्डी मिसाल आ बाइबल दे विच, मिसालां बहुत आ, पर एक मिसाल जिहड़ी आपां कदे भी नहीं भुल्लदे वो है सुलेमान की एक बहुत वड्डी मिसाल बाइबल दे विच लिखी हुई आ कि जिहड़ियां गल्लां तो परमेश्वर ने मना कीता सी सुलेमान नूं, जिहड़ी सिक्ख्या परमेश्वर ने कहा सी आ सिक्ख्या तू ग्रहण नहीं करनी, इस काम दे विच तू नहीं पैना, जे इस काम में तू पै गया तो तेरी पवित्रता जिहड़ी वो भंग हो जानी आ, जे तू इस काम दे विच पै गया तो तेरी पवित्रता जांदी रहनी आ, तेरी शुद्धताई जिहड़ी आ वो खत्म हो जानी आ। ते जेकर शुद्धताई खत्म होगी, पवित्रताई खत्म होगी, फिर की होगा? फिर असीं कदे भी परमेश्वर के स्थान के अंदर जा नहीं सकते, क्योंकि असीं की आ? असीं कनात आ, और असीं पवित्र रहना है, पवित्र बन के रहना है, ताकि असीं परमेश्वर के घर के जा सकीए। एक हिस्सा पढ़ के वेखांगे बाइबल के विचों, व्यवस्था 17 बाब 16 आयत पढ़ांगे। व्यवस्था की पोथी और 17 बाब 16 आयत सुलेमान के नाल संबंध रखते हिस्से में असीं पढ़ांगे। अपने लिए बहुते घोड़े ना बनावे, ना ही वो प्रजा नूं घोड़े बनाउण लई मिस्र विच मोड़े, क्यों जो यहोवा ने तुहानूं आख्या है कि तुसीं उस राह नूं फेर ना मुड़िओ। हाँ जी, एक मिनट जी, 17 बाब 16 है, दोबारा पढ़ लीजिए। पर वो अपने लिए बहुते घोड़े ना बनावे, ना ही वो प्रजा नूं घोड़े बनाउण लई मिस्र विच मोड़े, क्यों जो यहोवा ने तुहानूं आख्या है कि तुसीं उस राह नूं फेर ना मुड़िओ। आमीन, हालेलुया। सुलेमान नूं की क्या परमेश्वर ने? कित्थे नहीं जाना? दोबारा फिर पढ़िए, ये तुहाडे कोल पुछना अज मैं, दोबारा पढ़िए। पर वो अपने लिए
ਬਹੁਤੇ ਘੋੜੇ ਨਾ ਵਧਾਵੇ। ਹਾਂ, ਉਹ ਆਪਣੇ ਵਾਸਤੇ ਕੀ ਕਰੇ? ਬਹੁਤੇ ਘੋੜੇ ਨਾ ਵਧਾਵੇ। ਉਸ ਤੋਂ ਬਾਅਦ ਹਾਂਜੀ, ਨਾ ਹੀ ਉਹ ਪ੍ਰਜਾ ਨੂੰ ਘੋੜੇ ਵਧਾਉਣ ਲਈ ਮਿਸਰ ਵਿੱਚ ਮੋੜੇ। ਨਾ ਹੀ ਪ੍ਰਜਾ ਨੂੰ ਘੋੜੇ ਵਧਾਉਣ ਲਈ ਕਿੱਥੇ ਮੋੜੇ? ਮਿਸਰ 'ਚ ਮੁੜ ਕੇ ਨਹੀਂ ਜਾਣਾ। ਕੀ ਕਹਿ ਰਿਹਾ ਪਰਮੇਸ਼ਰ ਸੁਲੇਮਾਨ ਨੂੰ? ਤੁਸੀਂ ਮਿਸਰ ਵਿੱਚ ਮੁੜ ਕੇ ਕਿਤੇ ਵੀ ਨਹੀਂ, ਤੁਸੀਂ ਮੁੜ ਕੇ ਕਦੇ ਵੀ ਨਹੀਂ ਜਾਣਾ ਮਿਸਰ ਦੇ ਵਿੱਚ, ਕਿ ਤੁਹਾਨੂੰ ਪਰਮੇਸ਼ਰ ਕਹਿੰਦਾ ਮੈਂ ਉੱਥੋਂ ਕੱਢ ਕੇ ਲੈ ਕੇ ਆਂਦਾ, ਇਸ ਕਰਕੇ ਨਹੀਂ ਲੈ ਕੇ ਆਂਦਾ ਕਿ ਤੁਸੀਂ ਵਾਪਸ ਉੱਥੇ ਜਾ ਕੇ ਗੁਲਾਮ ਹੋ ਜਾਓ ਫਿਰ ਆਉਂਗੇ, ਹੈ ਨਾ। ਪਰਮੇਸ਼ਵਰ ਨੇ ਸਾਡੇ ਵਾਸਤੇ ਬੜਾ ਅੱਛਾ ਇੰਤਜ਼ਾਮ ਕੀਤਾ। ਸਾਨੂੰ ਵੀ ਪਰਮੇਸ਼ਵਰ ਨੇ ਗੁਲਾਮੀ ਦੇ ਵਿੱਚੋਂ ਕੱਢਿਆ। ਪ੍ਰਭੂ ਯਿਸੂ ਮਸੀਹ ਦੇ ਦੁਆਰਾ ਸਾਨੂੰ ਪਾਪ ਦੀ ਗੁਲਾਮੀ ਦੇ ਵਿੱਚੋਂ ਕੀ ਕੀਤਾ ਆ? ਛੁਡਾ ਲਿਆ ਆ। ਔਰ ਸੁਲੇਮਾਨ ਨੂੰ ਵੀ ਪਰਮੇਸ਼ਰ ਨੇ ਕਿਹਾ ਕਿ ਤੂੰ ਦੁਆਰਾ ਮਿਸਰ ਦੇ ਵਿੱਚ ਘੋੜਿਆਂ ਦੀ ਗਿਣਤੀ ਵਧਾਉਣ ਵਾਸਤੇ ਨਹੀਂ ਜਾਣਾ, ਤੇ ਨਾ ਹੀ ਪ੍ਰਜਾ ਨੂੰ ਕਹਿਣਾ ਵੀ ਵਾਪਸ ਉੱਥੇ ਘੋੜੇ ਲਿਆਓ। ਹੋ ਸਕਦਾ ਉੱਥੇ ਵਧੀਆ ਨਸਲ ਦੇ ਘੋੜੇ ਹੋਣ, ਹੈ ਨਾ। ਪਰਮੇਸ਼ਰ ਕਹਿੰਦਾ ਉੱਥੇ ਤੁਸੀਂ ਘੋੜੇ ਲੈਣ ਵਾਸਤੇ ਨਹੀਂ ਜਾਣਾ, ਔਰ ਨਾ ਹੀ ਪ੍ਰਜਾ ਨੂੰ ਉੱਥੇ ਭੇਜਣਾ ਮਿਸਰ ਵਿੱਚ ਘੋੜੇ ਲੈਣ ਵਾਸਤੇ। ਉਸ ਤੋਂ ਅੱਗੇ ਪੜਾਂਗੇ ਹਾਂਜੀ। ਕਿਉਂ ਜੋ ਯਹੋਵਾ ਨੇ ਤੁਹਾਨੂੰ ਆਖਿਆ ਹੈ ਕਿ ਤੁਸੀਂ ਉਸ ਰਾਹ ਨੂੰ ਫੇਰ ਨਾ ਮੁੜੋ। ਹਾਂ, ਪਰਮੇਸ਼ਰ ਨੇ ਤੁਸੀਂ ਉਸ ਰਾਹ ਨੂੰ ਫੇਰ ਨਾ ਮੁੜਿਓ। ਉਸ ਰਾਹ ਨੂੰ, ਉਸ ਰਾਹ ਤੇ ਮੁੜੋਗੇ ਤੇ ਤੁਹਾਡਾ ਨੁਕਸਾਨ ਹੋ ਸਕਦਾ ਹੈ, ਔਰ ਤੁਹਾਨੂੰ ਘਾਟਾ ਪੈਸਾ ਜੇਕਰ ਤੁਸੀਂ ਉਸੇ ਰਾਹ ਤੇ ਵਾਪਸ ਚਲੇ ਜਾਓਗੇ। ਤਾਂ ਉਸ ਤੋਂ ਬਾਅਦ ਅਸੀਂ ਇੱਕ ਹਿੱਸਾ ਹੋਰ ਪੜਾਂਗੇ। ਪਹਿਲਾ ਰਾਜਾ 10 ਬਾਬ ਉਹਦੀ 28 ਔਰ 29 ਹੈ। ਪਹਿਲਾ ਰਾਜਾ 10 ਬਾਬ ਉਹਦੀ 28 ਔਰ 29 ਹੈ। ਉਹ ਘੋੜੇ ਜਿਹੜੇ ਸੁਲੇਮਾਨ ਕੋਲ ਸਨ ਮਿਸਰੋਂ ਲਿਆਏ ਜਾਂਦੇ ਸਨ, ਅਤੇ ਬਾਦਸ਼ਾਹ ਦੇ ਵਪਾਰੀ ਉਹਨਾਂ ਨੂੰ ਹਹੇਰ ਵਿੱਚੋਂ ਹਰ ਹਨੇਰ ਦਾ ਭਾਅ ਬਣਾ ਕੇ ਲੈਂਦੇ ਸਨ। ਆਮੀਨ, ਹਾਲੇਲੂਇਆ। ਵਿਵਸਥਾ ਸਾਹਿਬ ਪਰਮੇਸ਼ਰ ਨੇ ਕੀ ਕਿਹਾ ਸੀ? ਤੁਸੀਂ ਮਿਸਰ ਨੂੰ ਜਾਣਾ ਹੈ ਕਿ ਨਹੀਂ ਜਾਣਾ? ਹਾਂਜੀ, ਨਹੀਂ ਜਾਣਾ ਨਾ ਪਰਮੇਸ਼ਰ। ਪਰ ਇੱਥੇ ਹੁਣ ਕੀ ਪੜਿਆ ਆਪਾਂ? ਸੁਲੇਮਾਨ ਨੇ ਉਹੀ ਕੰਮ ਕੀਤਾ ਜਿਹੜਾ ਪਰਮੇਸ਼ਰ ਨੇ ਮਨਾ ਕੀਤਾ ਸੀਗਾ। ਤੇ ਹੁਣ ਕੀ ਲੈ ਕੇ ਆਇਆ ਉੱਥੋਂ? ਅੱਛਾ, ਪਰਮੇਸ਼ਰ ਨੇ ਪਹਿਲਾਂ ਦੱਸਤਾ ਵੀ ਤੁਸੀਂ ਘੋੜਿਆਂ ਵਾਸਤੇ ਜਾਣਾ, ਤੇ ਘੋੜੇ ਉੱਥੇ ਲੈ ਕੇ ਨਹੀਂ ਤੁਸੀਂ ਆਉਣੇ, ਹੈ ਨਾ। ਪਰ ਸੁਲੇਮਾਨ ਨੇ ਕੀ ਕੀਤਾ? ਜਿਸ ਕੰਮ ਦਾ ਪਰਮੇਸ਼ਰ ਨੇ ਮਨਾ ਕੀਤਾ ਉਹੀ ਕੰਮ ਕਰਨ ਵਾਸਤੇ ਕੀ ਚਲ ਗਿਆ? ਮਿਸਰ ਵਿੱਚ ਚਲਾ ਗਿਆ ਘੋੜੇ ਲੈਣ ਦੇ ਵਾਸਤੇ। ਆਪ ਘੋੜੇ ਲਿਆਂਦੇ। ਉਸ ਤੋਂ ਬਾਅਦ ਕੀ ਦੁਆਰਾ ਪੜੀਏ ਇਸ ਨੂੰ? ਉਹ ਘੋੜੇ ਹਾਂਜੀ ਜਿਹੜੇ ਸੁਲੇਮਾਨ ਕੋਲ ਸਨ ਹਾਂਜੀ ਮਿਸਰੋਂ ਲਿਆਏ ਜਾਂਦੇ ਸਨ, ਹਾਂ, ਅਤੇ ਬਾਦਸ਼ਾਹ ਦੇ ਵਪਾਰੀ ਉਹਨਾਂ ਨੂੰ ਹਨੇਰ ਵਿੱਚੋਂ ਹਰ ਹਨੇਰ ਦਾ ਭਾਅ ਬਣਾ ਕੇ ਲੈਂਦੇ ਸਨ। ਹਾਂਜੀ, ਅੱਗੇ ਪੜੀਏ। ਅਤੇ ਇੱਕ ਰੱਥ 600 ਰੁਪਏ ਨਾਲ ਮਿਸਰੋਂ ਉਕਾਹਾ ਲਿਆਇਆ ਜਾਂਦਾ ਸੀ, ਅਤੇ ਇੱਕ ਘੋੜਾ 150 ਨਾਲ ਇਸ ਤਰ੍ਹਾਂ ਹਿੱਸਿਆਂ ਦੇ ਸਾਰੇ ਰਾਜਿਆਂ ਲਈ ਅਤੇ ਅਰਾਮੀਆਂ ਦੇ ਰਾਜਿਆਂ ਲਈ ਉਹਨਾਂ ਦੀ ਰਾਹੀਂ ਲਿਆਏ ਜਾਂਦੇ ਸਨ। ਹਾਲੇਲੂਇਆ। ਸੁਲੇਮਾਨ ਕਿਹਨਾਂ ਦੇ ਵਾਸਤੇ ਲੈ ਕੇ ਆ ਰਿਹਾ ਘੋੜੇ? ਅਰਾਮੀਆਂ ਦੇ ਰਾਜਿਆਂ ਦੇ ਵਾਸਤੇ, ਹੈ ਨਾ। ਔਰ ਪਰਮੇਸ਼ਰ ਨੇ ਤੁਸੀਂ ਮਿਸਰ ਵਿੱਚ ਨਹੀਂ ਜਾਣਾ। ਦੇਖੋ, ਇੱਕ ਤਾਂ ਘੋੜੇ ਦਾ ਮਨਾ ਕੀਤਾ ਪਰਮੇਸ਼ਰ ਨੇ, ਉਹ ਘੋੜੇ ਵੀ ਲੈ ਆਂਦੇ, ਤੇ ਜਿਨ੍ਹਾਂ ਲੋਕਾਂ ਵਿੱਚ ਨਹੀਂ ਜਾਣਾ ਸੀਗਾ ਉਹਨਾਂ ਲੋਕਾਂ ਨੂੰ ਹੀ ਘੋੜੇ ਲਿਆ ਕੀ ਕਰ ਰਿਹਾ? ਉਹ ਦੇ ਰਿਹਾ ਆ ਸੁਲੇਮਾਨ। ਸੋ ਪਰਮੇਸ਼ਰ ਜਿਸ ਗੱਲ ਤੋਂ ਮਨਾ ਕੀਤਾ ਉਹੀ ਕੰਮ ਵਾਪਸ ਕੀ ਕਰ ਰਿਹਾ? ਫਿਰ ਦੁਬਾਰਾ ਤੋਂ ਕਰ ਰਿਹਾ ਉਹੀ ਕੰਮ। ਇੱਕ ਹੋਰ ਹਿੱਸਾ ਪੜਾਂਗੇ ਅਸੀਂ 11 ਬਾਬ, ਇਸੇ ਕਿਤਾਬ ਦੇ 11 ਬਾਬ ਉਹਦੀ 1 ਤੋਂ 7 ਹੈ। ਸੁਲੇਮਾਨ ਬਾਦਸ਼ਾਹ ਨੇ ਫਿਰੌਨ ਦੀ ਧੀ ਤੋਂ ਬਿਨਾਂ ਬਹੁਤ ਸਾਰੀਆਂ ਓਪਰੀਆਂ ਇਸਤਰੀਆਂ ਨਾਲ ਪ੍ਰੀਤ ਲਾ ਲਈ, ਅਰਥਾਤ ਮੁਆਬਣਾ, ਅਮੋਨਨਾ, ਅਦੋਮਨਾ, ਸਦੋਨਨਾ ਅਤੇ ਹਿਤਨਾ ਨਾਲ। ਇਹ ਉਹਨਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਦੇ ਵਿਖੇ ਯਹੋਵਾ ਨੇ ਇਸਰਾਏਲੀਆਂ ਨੂੰ ਆਖਿਆ ਸੀ ਕਿ ਤੁਸੀਂ ਉਹਨਾਂ ਦੇ ਵਿੱਚ ਨਾ ਜਾਇਓ, ਅਤੇ ਨਾ ਉਹ ਤੁਹਾਡੇ ਵਿੱਚ ਆਉਣ। ਬਸ ਇੱਥੇ ਰੁਕਣਾ ਜੀ। ਇੱਥੇ ਪਰਮੇਸ਼ਰ ਕਹਿੰਦਾ ਵੀ ਤੁਸੀਂ ਉਹਨਾਂ ਦੇ ਵਿੱਚ ਨਹੀਂ ਜਾਣਾ, ਹੈ ਨਾ। ਇਹ ਜਿਹੜੇ ਇਸ ਜਗ੍ਹਾ ਤੇ ਨਾਮ ਆਏ ਆ ਨਾ, ਇਹਨਾਂ ਵਿੱਚ ਪਰਮੇਸ਼ਰ ਕਹਿੰਦਾ ਤੁਸੀਂ ਇਹਨਾਂ ਵਿੱਚ ਨਹੀਂ ਜਾਣਾ। ਔਰ ਸੁਲੇਮਾਨ ਨੇ ਕੀਤਾ? ਉਹਨਾਂ ਵਿੱਚ ਗਿਆ ਤੇ ਕੀ ਕੀਤਾ? ਜਾ ਕੇ ਕੀ ਕੀਤਾ ਭਲਾ? ਜਾ ਕੇ ਹਾਂਜੀ ਆਹ ਸੰਗ ਦੇਗਾ ਤੋਂ ਕੀ ਕਰਾਇਆ ਉਹਨੇ? ਵਿਆਹ ਕਰਾਇਆ। ਪਰ ਪਰਮੇਸ਼ਰ ਕੀ ਕੀਤਾ? ਮਨਾ ਕੀਤਾ ਵੀ ਤੁਸੀਂ ਉਹਨਾਂ ਵਿੱਚ ਜਾ ਕੇ ਵਿਆਹ ਕਰਵਾਉਣੇ ਨਹੀਂ। ਜੇਕਰ ਪਰਮੇਸ਼ਰ ਨੇ ਕਿਹਾ ਵੀ ਤੁਸੀਂ ਉਹਨਾਂ ਵਿੱਚ ਸ਼ਾਦੀਆਂ ਨਹੀਂ ਕਰਵਾਉਣੀਆਂ, ਜੇਕਰ ਕਰਵਾਉਣੇ ਆ, ਕਿਉਂਕਿ ਪਰਮੇਸ਼ਰ ਦੇ ਲੋਕ ਕੀ ਆ ਭਲਾ? ਪਵਿੱਤਰ ਕੌਮ ਆ, ਪਵਿੱਤਰ ਲੋਕ ਆ। ਜੇਕਰ ਆਹ ਪਵਿੱਤਰ ਲੋਕਾਂ ਵਿੱਚ ਜਾ ਕੇ ਸ਼ਾਦੀਆਂ ਕਰਵਾਉਂਦੇ ਆ ਤੇ ਉਹ ਫਿਰ ਕਿੱਦਾਂ ਦੇ ਹੋ ਜਾਣਗੇ? ਉਹਨਾਂ ਨਾਲ ਮਿਲ ਕੇ ਉਹ ਵੀ ਪਵਿੱਤਰ ਹੋ ਜਾਣਗੇ।
ਸੋ ਸੁਲੇਮਾਨ ਨੇ ਉਹੀ ਕੰਮ ਕੀਤਾ ਜਿਹੜਾ ਪਰਮੇਸ਼ਰ ਉਹਨਾਂ ਨੂੰ ਕੀ ਕੀਤਾ ਸੀਗਾ, ਮਨਾ ਕੀਤਾ ਸੀਗਾ। ਸੋ ਇਸ ਤਰ੍ਹਾਂ ਜਿਹੜਾ ਆ ਸਾਡੇ ਆਸ-ਪਾਸ ਇੱਕ ਗਰੁੱਪ ਘੁੰਮਦਾ ਪਿਆ ਆ, ਜਿਹੜਾ ਸਾਡੀਆਂ ਸੋਚਾਂ ਦੇ ਵਿੱਚ ਆ ਕੇ ਕੰਮ ਕਰਦਾ ਹੈ ਨਾ, ਸਾਡੀਆਂ ਅੱਖਾਂ 'ਚ ਆ ਕੇ ਕੰਮ ਕਰਦਾ, ਸਾਡੀ ਜ਼ੁਬਾਨ 'ਤੇ ਆ ਕੇ ਕੰਮ ਕਰਦਾ, ਸਾਡੇ ਕੰਨਾਂ 'ਚ ਆ ਕੇ ਕੰਮ ਕਰਦਾ ਆ। ਉਹ ਲਗਾਤਾਰ ਸਾਨੂੰ ਸਾਡੀ ਪਵਿੱਤਰਤਾ ਨੂੰ ਜਿਹੜੇ ਭੰਗ ਕਰਨ ਦੇ ਵਿੱਚ ਲੱਗੇ ਰਹਿੰਦੇ ਆ। ਅੱਗੇ ਪੜਾਂਗੇ ਉਸ ਹਿੱਸੇ ਨੂੰ, ਹਾਂਜੀ ਖਤਮ ਕਰਾਂਗੇ। ਉਹ ਤੁਹਾਡੀਆਂ ਮਨਾਂ ਨੂੰ ਆਪਣੇ ਦੇਵਤਿਆਂ ਵੱਲ ਫੇਰ ਲੈਣਗੇ। ਹਾਂ, ਕੀ ਕਰਨਗੇ ਉਹ? ਤੁਹਾਡੀਆਂ ਮਨਾਂ ਨੂੰ ਕਿੱਧਰ ਕਰਨਗੇ? ਗੱਲ ਕੁਛ ਨਹੀਂ ਹੈਗੀ, ਬਸ ਪਰਮੇਸ਼ਰ ਮਨਾ ਕੀਤਾ ਸੀ ਤੇ ਉੱਧਰ ਨਹੀਂ ਜਾਣਾ। ਪਰ ਕਿਉਂ ਨਹੀਂ ਜਾਣਾ? ਇਹਦੇ ਵਿੱਚ ਪਿੱਛੇ ਜਿਹੜਾ ਆ ਇਹ ਬੜਾ ਜਾਣੀ ਭੇਦ ਛੁਪਿਆ। ਪਰਮੇਸ਼ਰ ਨੇ ਕਿਉਂ ਕਿਹਾ ਵੀ ਉੱਧਰ ਨਹੀਂ ਜਾਣਾ? ਪਰਮੇਸ਼ਰ ਨੇ ਕਲੀਅਰ ਕਰ ਦਿੱਤਾ ਕਿ ਅਗਰ ਤੁਸੀਂ ਉੱਧਰ ਜਾਓਗੇ ਤੇ ਉਹ ਕੀ ਕਰਨਗੀਆਂ? ਤੁਹਾਡੇ ਮਨਾਂ ਨੂੰ ਕਿੱਧਰ ਮੋੜਨਗੀਆਂ? ਆਪਣਿਆਂ ਦੇਵਤਿਆਂ ਦੇ ਵੱਲ ਮੋੜ ਲੈਣਗੀਆਂ। ਪਹਿਲਾਂ ਤਾਂ ਆਪਣੇ ਮਨਾਂ ਨੂੰ ਆਪਣੇ ਵੱਲ ਮੋੜਨਗੀਆਂ ਤੇ ਬਾਅਦ ਕੀ ਕਰਨਗੇ? ਸਾਡੇ ਨਾਲ ਸਾਡੇ ਦੇਵਤੇ ਵੀ ਆ, ਅਸੀਂ ਵੀ ਇਹਦੀ ਪੂਜਾ ਕਰਦੇ ਆ ਤੇ ਤੁਸੀਂ ਵੀ ਇਹਦੀ ਪੂਜਾ ਕਰੋ। ਇਹ ਸਾਡੇ ਦੇਵਤੇ ਆ, ਇਹ ਸਾਨੂੰ ਮਨਾ ਨਹੀਂ ਕਰਦੇ। ਭਾਵੇਂ ਅਸੀਂ ਇਹਨਾਂ ਦੀ ਪੂਜਾ ਕਰੀਏ, ਭਾਵੇਂ ਲਾਲਚ ਕਰੀਏ, ਸਾਨੂੰ ਮਨਾ ਕਰਦੇ ਨਹੀਂ। ਭਾਵੇਂ ਅਸੀਂ ਗਾਲਾਂ ਕੱਢੀਏ, ਭਾਵੇਂ ਚੋਰੀ ਕਰੀਏ, ਭਾਵੇਂ ਧੋਖਾ ਕਰੀਏ, ਭਾਵੇਂ ਕਪਟ ਕਰੀਏ, ਭਾਵੇਂ ਕੁਫਰ ਬੋਲੀਏ, ਇਹ ਸਾਡੇ ਦੇਵਤੇ ਇਦਾਂ ਦੇ ਆ ਨਾ, ਸਾਨੂੰ ਕੁਝ ਵੀ ਕਹਿੰਦੇ ਨਹੀਂ। ਇਸੇ ਕਰਕੇ ਪਰਮੇਸ਼ਰ ਮਨਾ ਕੀਤਾ ਸੁਲੇਮਾਨ ਨੂੰ, ਭਈ ਤੁਸੀਂ ਇਹਨਾਂ ਔਰਤਾਂ ਵਿੱਚ ਜਾ ਕੇ, ਇਹਨਾਂ ਦੇਸ਼ਾਂ ਵਿੱਚ ਜਾ ਕੇ, ਇਹਨਾਂ ਕੌਮਾਂ ਵਿੱਚ ਜਾ ਕੇ ਤੁਸੀਂ ਸ਼ਾਦੀਆਂ ਨਹੀਂ ਕਰਵਾਉਣੀਆਂ। ਇਹ ਜਿਹੜੀਆਂ ਅਸੀਂ ਉੱਪਰੋਂ ਕੁਝ ਹਿੱਸੇ ਪੜ੍ਹੇ ਨੂੰ ਨਾਮ ਆਏ ਆ, ਇਹ ਨਾਮ ਸਾਰੇ ਕੋਈ ਤਾਂ ਲੂਤ ਦੇ ਪਰਿਵਾਰ ਵਿੱਚੋਂ ਆ, ਔਰ ਕੋਈ ਏਸਾਓ ਦੇ ਪਰਿਵਾਰ ਵਿੱਚੋਂ ਆ, ਔਰ ਕੋਈ ਇਸਮਾਇਲ ਦੇ ਪਰਿਵਾਰ ਵਿੱਚੋਂ ਆ। ਇਹਨਾਂ ਵਿੱਚ ਪਰਮੇਸ਼ਰ ਨੇ ਮਨਾ ਕੀਤਾ ਤੁਸੀਂ ਉੱਧਰ ਨਹੀਂ ਜਾਣਾ। ਪਰ ਫਿਰ ਵੀ ਉੱਧਰ ਜਾ ਕੇ ਇਹਨਾਂ ਨੇ ਕੀ ਕੀਤਾ? ਸ਼ਾਦੀਆਂ ਕਰਵਾਈਆਂ। ਔਰ ਉਹਨਾਂ ਦੀਆਂ ਔਰਤਾਂ ਨੇ ਕੀ ਕੀਤਾ ਆ? ਇਹਨਾਂ ਦੇ ਮਨਾਂ ਨੂੰ ਆਪਣੇ ਦੇਵਤਿਆਂ ਵਾਲੇ ਪਾਸੇ, ਸੋ ਦੇਵਤਿਆਂ ਵਾਲੇ ਪਾਸੇ ਮੋੜ ਲਿਆ। ਇਹ ਯਾਦ ਰੱਖਿਓ। ਔਰ ਉਹਨੇ ਚਾਹਿਆ ਤੇ ਅਗਲੇ ਹਫ਼ਤੇ ਅਸੀਂ ਇੱਥੋਂ ਫਿਰ ਸਟਾਰਟ ਕਰਾਂਗੇ, ਫਿਰ ਸ਼ੁਰੂ ਕਰਾਂਗੇ। ਮਨਾਂ ਨੂੰ ਕਿੱਧਰ ਮੋੜਦੀਆਂ ਆ? ਆਪਣੇ ਦੇਵਤਿਆਂ ਵਾਲੇ ਪਾਸੇ। ਯਾਦ ਰੱਖਣਾ, ਅਗਲੇ ਹਫ਼ਤੇ ਤੁਸੀਂ ਦੱਸਣਾ ਵੀ ਇੱਥੋਂ ਸ਼ੁਰੂ ਕਰੋ। ਆਮੀਨ, ਹਾਲੇਲੂਇਆ। ਖੁਦਾਵੰਦ ਤੁਹਾਨੂੰ ਬੜੀ ਆਸ਼ੀਸ਼ ਔਰ ਬਰਕਤ ਦੇਵੇ। ਤੁਸੀਂ ਪਰਮੇਸ਼ਰ ਦੀਆਂ ਗੱਲਾਂ ਜਿਹੜੀਆਂ ਬੜੀਆਂ ਯਕੀਨ ਨਾਲ ਕੰਨ ਲਗਾ ਕੇ ਸੁਣੀਆਂ ਆ। ਸੋ ਅਸੀਂ ਪਵਿੱਤਰਤਾ ਦੇ ਵਿੱਚ ਰਹਿਣਾ ਆ, ਪਵਿੱਤਰ ਬਣਨਾ ਆ, ਔਰ ਅਸੀਂ ਕਨਾਤ ਬਣਨਾ ਆ। ਔਰ ਪਰ ਸ਼ੈਤਾਨ ਦਾ ਇੱਕ ਗਰੁੱਪ ਆ ਜਿਹੜਾ ਸਾਡੇ ਆਸ-ਪਾਸ ਘੁੰਮਦਾ ਰਹਿੰਦਾ, ਸਾਡੀਆਂ ਸੋਚਾਂ ਵਿੱਚ ਕਾਰਜ ਕਰਦਾ, ਸਾਡੀਆਂ ਅੱਖਾਂ ਦੇ ਵਿੱਚ ਵੀ ਕਾਰਜ ਕਰਦਾ, ਸਾਡੇ ਕੰਨਾਂ ਦੇ ਵਿੱਚ ਵੀ ਕਾਰਜ ਕਰਦਾ, ਜੀਭ ਦੁਆਰਾ ਵੀ ਕਾਰਜ ਕਰ ਦਿੰਦਾ ਕਈ ਵਾਰੀ। ਇਸ ਕਰਕੇ ਅਸੀਂ ਬਹੁਤ ਹੀ ਸੁਚੇਤ ਰਹਿਣਾ ਆ, ਔਰ ਤਾਂ ਕਿ ਖੁਦਾਵੰਦ ਦੇ ਘਰ ਵਿੱਚ ਜਾ ਸਕੀਏ। ਆਮੀਨ। ਆਓ ਅਸੀਂ ਆਪਣੀਆਂ ਅੱਖਾਂ ਨੂੰ ਫਿਰ ਬੰਦ ਕਰਾਂਗੇ ਔਰ ਪ੍ਰਭੂ ਦਾ ਧੰਨਵਾਦ ਕਰਾਂਗੇ ਅੱਜ ਦੇ ਵਚਨਾਂ ਦੇ ਵਾਸਤੇ। धन्यवाद राजाओं के राजा, धन्यवाद प्रभुओं के प्रभु, धन्यवाद सर्वशक्तिमान परमेश्वर, सेनाओं के यहोवा, धन्यवाद खुदावन तुहाड़ियां मेहरबानियां दे